7ਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਨਿੱਘਾ ਜੀ ਆਇਆਂ। ਵਿਦਿਆਰਥੀਓ, ਆਪਾਂ ਪਾਠ ਨੰਬਰ 12 3 ਸਵਾਲ ਜੋ ਪੜ੍ਹ ਰਹੇ ਸੀ ਉਸਦਾ ਕਾफ़ी ਹਿੱਸਾ ਅਸੀਂ ਪਾਠ ਦਾ ਪੜ੍ਹ ਚੁੱਕੇ ਹਾਂ। ਸੋ ਮੈਂ ਡਾਇਰੈਕਟਲੀ ਪੇਜ ਨੰਬਰ 95 ਖੋਲ੍ਹਿਆ ਹੈ, ਪੰਨਾ ਨੰਬਰ 95, ਜਿੱਥੋਂ ਅਸੀਂ ਅੱਜ ਸ਼ੁਰੂ ਕਰਨ ਜਾ ਰਹੇ ਹਾਂ। ਕੱਲ੍ਹ ਤੱਕ ਜੋ ਅਸੀਂ ਪੜ੍ਹਿਆ ਸੀਗਾ ਉਹਦੇ 'ਚ ਸਾਨੂੰ ਪਤਾ ਲੱਗਾ ਸੀ ਕਿ ਰਾਜੇ ਦੇ ਨਾਲ ਜਦੋਂ ਜ਼ਖਮੀ ਵਿਅਕਤੀ ਗੱਲਬਾਤ ਕਰਦਾ ਤਾਂ ਪਤਾ ਲੱਗ ਜਾਂਦਾ ਕਿ ਉਹ ਰਾਜੇ ਦਾ ਦੁਸ਼ਮਣ ਸੀਗਾ, ਪਰ ਹੁਣ ਉਹ ਮਿੱਤਰ ਬਣ ਗਿਆ ਹੈ। ਅਤੇ ਰਾਜਾ ਤੁਰਨ ਲੱਗਾ ਮਹਾਤਮਾ ਜੀ ਨੂੰ ਪੁੱਛਦਾ ਏ ਕਿ ਜੇਕਰ ਉਹ ਉਹਨਾਂ ਦੇ 3 ਸਵਾਲਾਂ ਦੇ ਜਵਾਬ ਦੇ ਦਿੰਦੇ ਤਾਂ ਚੰਗਾ ਸੀ, ਨਹੀਂ ਤਾਂ ਉਹਨੂੰ ਹੁਣ ਇੱਥੋਂ ਜਾਣਾ ਪੈਣਾ ਹੈ। ਆਓ ਪੜ੍ਹਦੇ ਹਾਂ ਅੱਗੇ। ਮਹਾਤਮਾ ਨੇ ਮੁਸਕਰਾ ਕੇ ਕਿਹਾ, ਤੁਹਾਡੇ ਸਵਾਲਾਂ ਦੇ ਜਵਾਬ ਤਾਂ ਤੁਹਾਨੂੰ ਮਿਲ ਗਏ ਹਨ ਰਾਜਨ। ਕਹਿੰਦੇ ਨੇ ਹੱਸ ਕੇ ਉਹਨਾਂ ਨੇ ਦੱਸਿਆ ਹੈ, ਹਲਕਾ ਜਿਹਾ ਹੱਸ ਪਏ ਨੇ, ਮੁਸਕਰਾ ਪਏ ਨੇ, ਅਤੇ ਰਾਜੇ ਨੂੰ ਕਹਿੰਦੇ ਨੇ ਕਿ ਤੁਹਾਨੂੰ ਤਾਂ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਨੇ। ਮਿਲ ਗਏ ਹਨ, ਪਰ ਕਦੋਂ? ਰਾਜੇ ਨੇ ਪੁੱਛਿਆ। ਤੁਸੀਂ ਦੇਖਿਆ ਨਹੀਂ, ਕੱਲ੍ਹ ਤੁਸੀਂ ਮੇਰੇ 'ਤੇ ਤਰਸ ਕਰਕੇ ਮੇਰੇ ਹੱਥੋਂ ਕਹੀ ਫੜੀ ਸੀ। ਉਸ ਵੇਲੇ ਜੇ ਤੁਸੀਂ ਮੇਰੀ ਮਦਦ ਕਰਨ ਦੀ ਬਜਾਏ ਵਾਪਸ ਚਲੇ ਜਾਂਦੇ ਤਾਂ ਤੁਹਾਨੂੰ ਇਸ ਵਿੱਚ ਦੁਸ਼ਮਣ ਨੇ ਮਾਰ ਦੇਣਾ ਸੀ। ਫਿਰ ਤੁਹਾਨੂੰ ਪਛਤਾਵਾ ਹੋਣਾ ਸੀ ਕਿ ਜੇਕਰ ਤੁਸੀਂ ਕੁਟੀਆ ਵਿੱਚ ਹੀ ਰਹਿੰਦੇ ਅਤੇ ਮੇਰੀ ਮਦਦ ਕਰਦੇ ਤਾਂ ਤੁਹਾਡੀ ਜਾਨ ਬਚ ਜਾਣੀ ਸੀ। ਇਸ ਲਈ ਤੁਹਾਡੇ ਲਈ ਇਹ ਸਭ ਤੋਂ ਮਹੱਤਵਪੂਰਨ ਸਮਾਂ ਸੀ ਜਦੋਂ ਤੁਸੀਂ ਕਹੀ ਨਾਲ ਜ਼ਮੀਨ ਪੁੱਟ ਰਹੇ ਸੀ। ਤੁਸੀਂ ਮੇਰੇ ਉੱਪਰ ਤਰਸ ਕਰਕੇ ਕਹੀ ਫੜੀ, ਇਸ ਲਈ ਉਸ ਵੇਲੇ ਤੁਹਾਡੇ ਲਈ ਮੈਂ ਹੀ ਮਹੱਤਵਪੂਰਨ ਵਿਅਕਤੀ ਸਾਂ ਅਤੇ ਮੇਰੀ ਮਦਦ ਕਰਨਾ ਸਭ ਤੋਂ ਮਹੱਤਵਪੂਰਨ ਕੰਮ ਸੀ। ਬਾਅਦ ਵਿੱਚ ਜਿਸ ਵਿਅਕਤੀ ਦੀ ਸੇਵਾ ਕਰਕੇ ਤੁਸੀਂ ਜਾਨ ਬਚਾਈ, ਤੁਹਾਡੇ ਲਈ ਉਹ ਸਭ ਤੋਂ ਮਹੱਤਵਪੂਰਨ ਵਿਅਕਤੀ ਸੀ। ਜੇ ਤੁਸੀਂ ਉਸ ਦੀ ਮਲਮ ਪੱਟੀ ਨਾ ਕਰਦੇ ਤਾਂ ਯਕੀਨਨ ਉਹ ਆਪਣੇ ਮਨ ਵਿੱਚ ਤੁਹਾਡੇ ਬਾਰੇ ਰੰਜ ਰੱਖ ਕੇ ਮਰ ਜਾਂਦਾ। ਰੰਜ ਹੁੰਦਾ ਗੁੱਸਾ, ਰੋਸ ਜਾਂ ਦੁਸ਼ਮਣੀ। ਉਸ ਦੀ ਜਾਨ ਬਚਾਉਣਾ ਹੀ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਕੰਮ ਸੀ। ਹੁਣ ਮਹਾਤਮਾ ਨੇ ਸਮਝਾ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਮੇਰੀ ਮਦਦ ਕੀਤੀ ਹੈ। ਸੋ ਜਦੋਂ ਤੁਸੀਂ ਮੇਰੀ ਮਦਦ ਕਰ ਰਹੇ ਸੀ, ਇਹੀ ਸਮਾਂ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਸੀ, ਇੰਪੋਰਟੈਂਟ ਸੀ, ਕਿਉਂਕਿ ਜੇ ਉਸ ਟਾਈਮ ਉਸ ਸਮੇਂ ਨੂੰ ਤੁਸੀਂ ਖੁੰਝਾ ਦਿੰਦੇ, ਟਪਾ ਦਿੰਦੇ, ਲੰਘ ਜਾਂਦੇ, ਵਾਪਸ ਚਲੇ ਜਾਂਦੇ, ਅਤੇ ਇਸ ਵਿਅਕਤੀ ਨੇ ਤੁਹਾਨੂੰ ਮਾਰ ਦੇਣਾ ਸੀ। ਸੋ ਤੁਸੀਂ ਮੇਰੀ ਮਦਦ ਕੀਤੀ, ਦੈਟ ਮੀਨਸ ਕਿ ਮੈਨੂੰ ਮਹੱਤਵ ਦਿੱਤਾ, ਤੁਸੀਂ ਇੰਪੋਰਟੈਂਸ ਦਿੱਤੀ। ਫਿਰ ਉਸ ਸਮੇਂ ਮੈਂ ਹੀ ਸਭ ਤੋਂ ਮਹੱਤਵਪੂਰਨ ਸੀ ਤੁਹਾਡੇ ਲਈ। ਅਤੇ ਮਹੱਤਵਪੂਰਨ ਕੰਮ ਉਹ ਕੀ ਸੀ? ਮਦਦ ਕਰਨਾ, ਜਿਹੜੀ ਤੁਸੀਂ ਮੇਰੀ ਕੀਤੀ। ਉਸ ਪਿੱਛੋਂ ਜਿਵੇਂ ਇਸ ਵਿਅਕਤੀ ਦੀ ਜਾਨ ਬਚਾਈ ਹੈ, ਸਭ ਤੋਂ ਮਹੱਤਵਪੂਰਨ ਵਿਅਕਤੀ ਫਿਰ ਇਹ ਸੀਗਾ। ਜੇ ਇਹਦੀ ਜਾਨ ਬਚਾਈ ਤੁਸੀਂ ਮਲਮ ਪੱਟੀ ਕਰਕੇ, ਤਾਂ ਹੀ ਇਹ ਬਚਿਆ। ਉਹਦੀ ਜਾਨ ਬਚਾਉਣ ਦਾ ਕੰਮ ਜਿਹੜਾ ਤੁਸੀਂ ਕੀਤਾ ਉਹ ਸਭ ਤੋਂ ਮਹੱਤਵਪੂਰਨ ਸੀ। ਸੋ ਅੱਗੇ ਕੀ ਉਹ ਕਹਿੰਦੇ ਨੇ ਕਿ ਯਾਦ ਰੱਖੋ, ਸਭ ਤੋਂ ਮਹੱਤਵਪੂਰਨ ਸਮਾਂ ਵਰਤਮਾਨ ਦਾ ਸਮਾਂ ਹੁੰਦਾ ਹੈ, ਕਿਉਂਕਿ ਇਹੋ ਵੇਲਾ ਸਾਡੇ ਹੱਥ ਵਿੱਚ ਹੁੰਦਾ ਹੈ। ਵਰਤਮਾਨ ਵਿੱਚ ਹੀ ਅਸੀਂ ਕੁਝ ਕਰ ਸਕਦੇ ਹਾਂ, ਕੋਈ ਫੈਸਲਾ ਜਾਂ ਕੋਈ ਕੰਮ। ਇਸ ਲਈ ਵਰਤਮਾਨ ਹੀ ਸਭ ਤੋਂ ਜ਼ਰੂਰੀ ਸਮਾਂ ਹੁੰਦਾ ਹੈ। ਭਵਿੱਖ ਦਾ ਕੋਈ ਭਰੋਸਾ ਨਹੀਂ ਅਤੇ ਨਾ ਹੀ ਹਾਲੇ ਤੱਕ ਕਿਸੇ ਨੇ ਆਪਣਾ ਭਵਿੱਖ ਦੇਖਿਆ ਹੈ। ਵਰਤਮਾਨ ਨੂੰ ਸੰਭਾਲਣਾ ਹੀ ਸਾਡੀ ਜ਼ਿੰਦਗੀ ਦਾ ਅਸਲ ਉਦੇਸ਼ ਹੈ। ਸੋ ਸਭ ਤੋਂ ਮਹੱਤਵਪੂਰਨ ਸਮਾਂ ਵਰਤਮਾਨ ਦਾ ਹੈ, ਜੋ ਚੱਲ ਰਿਹਾ ਹੋਵੇ। ਇਸ ਦੀ ਸੰਭਾਲ ਹੀ ਕਰਨੀ ਚਾਹੀਦੀ ਹੈ। ਭਵਿੱਖ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਭਵਿੱਖ ਕਿਸੇ ਨੇ ਨਹੀਂ ਵੇਖਿਆ। ਸੋ ਵਰਤਮਾਨ ਸਮਾਂ ਜੋ ਸਾਡੇ ਕੋਲ ਹੈ ਉਸ ਨੂੰ ਸੰਭਾਲਣਾ ਚਾਹੀਦਾ ਹੈ। ਅਤੇ ਸਭ ਤੋਂ ਮਹੱਤਵਪੂਰਨ ਵਿਅਕਤੀ ਉਹ ਹੁੰਦਾ ਹੈ ਜਿਸ ਨਾਲ ਅਸੀਂ ਉਸ ਘੜੀ ਵਿੱਚ ਹੁੰਦੇ ਹਾਂ, ਜਿਹੜਾ ਸਾਡੇ ਕੋਲ ਹੈ। ਜੇ ਅਸੀਂ ਉਸ ਦੀ ਲੋੜ ਪੂਰੀ ਕਰਦੇ ਹਾਂ ਤਾਂ ਹੀ ਚੰਗੀ ਗੱਲ ਹੈ। ਸੋ ਅਤੇ ਉਸ ਦੀ ਲੋੜ ਪੂਰੀ ਕਰਨਾ ਹੀ ਸਾਡੇ ਲਈ ਸਭ ਤੋਂ ਅਹਿਮ ਹੁੰਦਾ ਹੈ। ਉਸ ਵਿਅਕਤੀ ਦਾ ਭਲਾ ਕੀਤਾ ਜਾਵੇ, ਮਨੁੱਖ ਦਾ ਦੁਨੀਆ ਵਿੱਚ ਆਉਣ ਦਾ ਇਹੋ ਇੱਕ ਮੰਤਵ ਹੈ। ਸੋ ਜਿਹੜੇ ਵਿਅਕਤੀ ਦੇ ਕੋਲ ਹੋ ਤੁਸੀਂ ਔਨ ਦਾ ਸਪੋਟ ਉਹਦੀ ਹੈਲਪ ਕਰੋ। ਸਭ ਤੋਂ ਇੰਪੋਰਟੈਂਟ ਵਿਅਕਤੀ ਉਹੀ ਹੈ ਜੋ ਵੀ ਤੁਸੀਂ ਉਹਦਾ ਭਲਾ ਕਰ ਸਕਦੇ ਹੋ, ਕਿਉਂਕਿ ਸਾਡਾ ਮੇਨ ਮੋਟਿਵ ਹੀ ਮਨੁੱਖ ਦਾ ਇਹ ਹੈ ਕਿ ਦੂਸਰਿਆਂ ਦੀ ਭਲਾਈ ਕਰੇ। ਸੋ ਇਹ ਸੀ ਸਾਡਾ ਚੈਪਟਰ। ਇਸ ਤੋਂ ਬਾਅਦ ਆਪਾਂ MCQs ਵੱਲ ਹੁੰਦੇ ਹਾਂ। ਸੂਝ ਵਿਕਾਸ ਦੇ ਵਿੱਚ ਬਹੁ ਵਿਕਲਪੀ ਪ੍ਰਸ਼ਨ ਦਿੱਤੇ ਨੇ।
ਰਾਜਾ 3 ਸਵਾਲਾਂ ਦੇ ਜਵਾਬ ਕਿਉਂ ਜਾਣਨਾ ਚਾਹੁੰਦਾ ਸੀ? ਤੀਸਰਾ ਵਿਕਲਪ ਸਹੀ ਹੈ ਕਿ ਉਹ ਫਾਲਤੂ ਦੌੜ ਭੱਜ ਤੋਂ ਬਚ ਕੇ ਹਰ ਕੰਮ ਵਿੱਚ ਕਾਮਯਾਬ ਹੋਣਾ ਚਾਹੁੰਦਾ ਸੀ। ਰਾਜੇ ਦਾ ਪਹਿਲਾ ਸਵਾਲ ਕਿਹੜਾ ਸੀ? ਕਿਸੇ ਕੰਮ ਨੂੰ ਕਰਨ ਲਈ ਸਭ ਤੋਂ ਸਹੀ ਸਮਾਂ ਕਿਹੜਾ ਹੁੰਦਾ ਹੈ? ਦੂਜਾ ਸਵਾਲ ਕਿਹੜਾ ਸੀ? ਸਭ ਤੋਂ ਜ਼ਰੂਰੀ ਕੰਮ ਕਿਹੜਾ ਹੈ? ਤੇ ਤੀਸਰਾ ਪਤਾ? ਤੀਸਰਾ ਸੀ ਕਿ ਮਹੱਤਵਪੂਰਨ ਵਿਅਕਤੀ ਕਿਹੜਾ ਹੈ। ਸੋ ਅਗਲਾ ਪ੍ਰਸ਼ਨ ਹੈ, ਰਾਜੇ ਨੂੰ ਉਸਦੇ ਸਵਾਲਾਂ ਦਾ ਜਵਾਬ ਕਿਸ ਨੇ ਦਿੱਤਾ? ਮਹਾਤਮਾ ਜੀ ਨੇ ਦਿੱਤਾ ਸੀ। ਜ਼ਖਮੀ ਵਿਅਕਤੀ ਕੌਣ ਸੀ? ਰਾਜੇ ਦਾ ਕੱਟੜ ਦੁਸ਼ਮਣ। ਅੱਗੇ ਹਨ ਸ਼ਬਦ ਸੂਝ, ਇਹਦੇ ਵਿੱਚ ਅਰਥਾਂ ਨਾਲ ਮਿਲਾਨ ਕਰਨਾ ਹੈ। ਨਿਰਣਾ, ਫੈਸਲਾ, ਨਜ਼ੂਮ, ਜੋਤਸ਼, ਦਾਨਾ, ਸਿਆਣਾ, ਅਹਿਮ, ਜ਼ਰੂਰੀ, ਰੂਪਾਂਤਰ, ਦੂਜਾ ਰੂਪ ਜਾਂ ਬਦਲਿਆ ਹੋਇਆ ਰੂਪ, ਸਬੱਬ, ਕਾਰਨ। ਇਸ ਤੋਂ ਅੱਗੇ ਖਾਲੀ ਸਥਾਨ ਹਨ। ਵਾਕਾਂ ਵਿੱਚ ਵਰਤੋਂ ਹੈ। ਵਾਕਾਂ ਵਿੱਚ ਵਰਤੋਂ ਤੁਸੀਂ ਆਪ ਕਰੋਗੇ। ਖਾਲੀ ਸਥਾਨ ਵੀ ਪਾਠ ਵਿੱਚੋਂ ਪੜ੍ਹ ਕੇ ਆਪ ਕਰਨ ਦੀ ਕੋਸ਼ਿਸ਼ ਕਰੋਗੇ। ਅਗਰ ਨਹੀਂ ਹੋਣਗੇ ਫਿਰ ਮੈਂ ਕਰਵਾਵਾਂਗੀ। ਫਿਰ ਆਪਾਂ ਵਿਆਕਰਣ ਭਾਗ ਕਰਾਂਗੇ। ਅਗਲੇ ਲੈਕਚਰ ਵਿੱਚ ਫਿਰ ਮਿਲਦੇ ਹਾਂ। ਧੰਨਵਾਦ।